ਚੜ੍ਹਦਾ ਸੂਰਜ, ਚੜ੍ਹਦਾ ਸੂਰਜ, ਚੜ੍ਹਦਾ ਸੂਰਜ। ਨਮਸਕਾਰ। ਅੱਜ ਦਾ ਦਿਹਾੜਾ ਤੁਹਾਡਾ ਬਹੁਤ ਸੋਹਣਾ ਜਾਵੇ, ਬਹੁਤ ਸੁਖੀ ਜੀਵਨ ਲਵੋ ਤੁਸੀਂ, ਅਜਿਹੀ ਮੇਰੀ ਮੰਗਲ ਕਾਮਨਾ। ਅੱਜ ਜਿਨ੍ਹਾਂ ਜਾਤਕਾਂ ਦਾ ਜਨਮ ਦਿਨ, ਉਹਨਾਂ ਨੂੰ ਲੱਖ ਲੱਖ ਵਧਾਈ। ਈਸ਼ਵਰ ਉਹਨਾਂ ਦੀ ਹਰ ਤਮੰਨਾ ਪੂਰੀ ਕਰਨ, ਅਜਿਹੀ ਮੇਰੀ ਪ੍ਰਾਰਥਨਾ ਯੁਕਤ ਹੋ ਫਰਿਆਦ ਕਰਦਾ। ਗ੍ਰਹਿਆਂ ਦੀ ਚਾਲ ਵੱਲ ਤੱਕਦੇ ਰਹੋ। ਗ੍ਰਹਿ ਆਪਾਂ ਨੂੰ ਨਿਰੰਤਰ ਪ੍ਰਭਾਵਿਤ ਕਰਦੇ ਆ ਰਹੇ। ਇਹਨਾਂ ਦਾ ਪ੍ਰਭਾਵ ਬਹੁਤ ਅਨੂਠਾ ਹੈ, ਸ਼ਾਨ ਬਹੁਤ ਅਨੂਠੀ ਹੈ, ਤਾਕਤ ਬਹੁਤ ਅਨੂਠੀ ਹੈ। ਪੀੜਾਂ ਤੋਂ ਮੁਕਤੀ ਵਾਸਤੇ, ਦਰਦਾਂ ਤੋਂ ਮੁਕਤੀ ਵਾਸਤੇ, ਝਮੇਲਿਆਂ ਤੋਂ ਮੁਕਤੀ ਵਾਸਤੇ ਸਿਰਫ ਇੱਕੋ ਗੱਲ ਸਮਝਣ ਤੇ ਸਵੀਕਾਰ ਕਰਨ ਦੀ ਲੋੜ। ਗ੍ਰਹਿਆਂ ਦੀ ਚਾਲ ਵੱਲ ਤੱਕੋ। ਕਦੇ ਗ੍ਰਹਿ ਅਸਤ ਹੋ ਜਾਂਦੇ, ਸਮਝੋ ਆਦਮੀ ਸੁੱਤਾ ਪਿਆ ਹੈ, ਫਿਰ ਕੁਝ ਵੀ ਕੋਈ ਕਰ ਲਵੇ, ਚੋਰ ਚੋਰੀ ਕਰਕੇ ਲੈ ਜਾਣ, ਉਡਾਨ ਦੇ ਦੇਣ। ਇਸੇ ਤਰ੍ਹਾਂ ਗ੍ਰਹਿ ਸੁੱਤਾ ਪਿਆ, ਜੇ ਤੁਸੀਂ ਜਾਗਰਤ ਨਹੀਂ ਹੋਏ ਕਿ ਇਹ ਸੁੱਤਾ ਪਿਆ ਜਾਂ ਗ੍ਰਹਿ ਹੈ ਮੇਰਾ, ਤਾਂ ਫਿਰ ਪੀੜਾਂ ਆਉਣੀਆਂ ਹੀ ਹਨ। ਇਹ ਗ੍ਰਹਿ ਵੱਕਰੀ ਹੈ, ਉਲਟੀ ਚਾਲ ਚੱਲ ਰਿਹਾ ਹੈ, ਤੇ ਤੁਸੀਂ ਗਲਤ ਕੰਮਾਂ ਦੇ ਵਿੱਚ ਉਲਝ ਜਾਂਦੇ ਹੋ। ਜੇ ਤੁਸੀਂ ਉਸ ਗ੍ਰਹਿ ਦੀ ਚਾਲ ਨੂੰ ਸਮਝ ਕੇ ਉਸ ਗਲਤ ਕੰਮਾਂ ਵੱਲ ਧਿਆਨ ਦੇਣਾ ਬੰਦ ਕਰ ਦਿਓਗੇ, ਜੀਵਨ ਸਾਰਥਿਕ ਤੇ ਸਿੱਧ ਹੋ ਜਾਵੇਗਾ। ਗ੍ਰਹਿ ਕਿਸੇ ਦੇ ਨਾਲ ਯੁਤੀ ਵਜਾ ਬੈਠਾ ਹੈ। ਕਿਸੇ ਸੋਹਣਾ ਗ੍ਰਹਿ ਮਾੜੇ ਗ੍ਰਹਿ ਦੀ ਚਪੇਟ ਵਿੱਚ ਆ ਗਿਆ, ਉਸਨੇ ਤੁਹਾਨੂੰ ਸ਼ਰਾਬੀ ਬਣਾ ਦਿੱਤਾ, ਜੁਆਰੀ ਬਣਾ ਦਿੱਤਾ, ਚੋਰ ਚਪੱਕਾ ਬਣਾ ਦਿੱਤਾ, ਉਸਨੇ ਤੁਹਾਨੂੰ ਮੁਸਲਿਮ ਬਣਾ ਦਿੱਤਾ। ਗ੍ਰਹਿਆਂ ਦੀ ਚਾਲ ਹੈ। ਜੇ ਆਪਾਂ ਉਸ ਨੂੰ ਸਮਝਦੇ ਰਹੀਏ, ਆਪਾਂ ਕਈ ਤਰ੍ਹਾਂ ਦੇ ਦੋਸ਼ਾਂ ਤੋਂ ਮੁਕਤ ਹੋ ਸਕਦੇ ਹਾਂ। ਉਹਨਾਂ ਵਿੱਚੋਂ ਇੱਕ ਦੋਸ਼ ਹੈ ਪਿਤਰ ਦੋਸ਼। ਪਿਤਰ ਦੋਸ਼ ਦੇ ਵਿੱਚ ਭਰਾਤਰ ਦੋਸ਼ ਹੈ, ਮਾਤਰ ਦੋਸ਼ ਹੈ। ਫਿਰ ਉਹ ਦੋਸ਼ ਕਿੱਥੇ ਪਿਆ ਹੈ? ਤੁਸੀਂ ਆਪਣੀ ਜਨਮ ਕੁੰਡਲੀ ਦੇ ਵਿੱਚ ਵੇਖੋਗੇ। ਜੇ ਤੁਹਾਡਾ ਕਰਮ ਸਥਾਨ, ਅੱਜ ਮੈਂ ਤੁਹਾਨੂੰ ਵਿਸ਼ੇਸ਼ ਗੱਲ ਦੱਸਣ ਵਾਲਿਆਂ, ਬਹੁਤ ਸਾਰੇ ਲੋਕ 90% ਹੀ ਵਪਾਰਿਕ ਸਥਲ ਤੇ ਪੀੜਾ ਤੋਂ ਤਰਸ ਰਹੇ ਹਨ, ਪੀੜਾ ਵਿੱਚ ਹਨ, ਉਲਝੇ ਪਏ ਹਨ। ਪੈਸਾ ਦਬਾ ਦਬ ਆ ਰਿਹਾ ਹੈ, ਟਿਕਦਾ ਹੀ ਨਹੀਂ। ਆ ਰਿਹਾ ਹੈ, ਕੋਈ ਖੋਹ ਕੇ ਲੈ ਜਾਂਦਾ ਹੈ। ਆ ਰਿਹਾ ਹੈ, ਉਸ ਤੋਂ ਜ਼ਿਆਦਾ ਨੁਕਸਾਨ ਹੋ ਜਾਂਦਾ ਹੈ। ਤੁਸੀਂ ਵਿਚਾਰਿਆ ਕਦੇ? ਸਾਰਾ ਵਰਾ ਤੁਸੀਂ ਉਪਰਾਲੇ ਕਰਦੇ ਰਹੇ, ਪਰ ਉਸ ਗੱਲ ਦਾ ਯੋਗ ਫਲ ਤੁਹਾਨੂੰ ਸਮਝ ਨਹੀਂ ਆ ਸਕਿਆ। ਸਮਝਣ ਦੀ ਲੋੜ ਹੈ। ਦਿਹਾੜਿਆਂ ਨੂੰ ਪਹਿਚਾਨ ਵਿੱਚ ਲਿਆਉਣ ਦੀ ਲੋੜ ਹੈ। ਕਰਮ ਸਥਾਨ ਪਿਤਰ ਦੋਸ਼ ਦੇ ਨਾਲ ਪੀੜਿਤ ਹੈ, ਉਹ ਪਹਿਚਾਨੋਗੇ ਕਿਵੇਂ ਤੁਸੀਂ? ਰਾਹੂ ਉੱਥੇ ਪਿਆ ਹੈ, ਪਿਤਰ ਦੋਸ਼ ਨਾਲ ਪੀੜਿਤ ਹੈ ਤੁਹਾਡਾ ਕਰਮ ਸਥਾਨ। ਕਰਮ ਸਥਾਨ ਦਾ ਮਾਲਿਕ ਗ੍ਰਹਿ ਤੁਹਾਡੀ ਜਨਮ ਕੁੰਡਲੀ ਦੇ 6ਵੇਂ, 8ਵੇਂ, 12ਵੇਂ ਘਰਾਂ 'ਚ ਪਿਆ ਹੈ, ਤੇ ਵਿਸ਼ੇਸ਼ ਤੌਰ 'ਤੇ 8ਵੇਂ ਘਰ ਵਿੱਚ ਪਿਆ ਹੈ। ਮਹਾ ਪਿਤਰ ਦੋਸ਼ ਹੈ। ਤੁਹਾਡਾ ਕੰਮ ਕਦੇ ਚੱਲਿਆ ਹੀ ਨਹੀਂ ਹੋਣਾ। ਚੱਲੂਗਾ, ਪੈਸੇ ਇਕੱਠੇ ਹੋਏ, ਫਿਰ ਉਹ ਪਿੱਤਰ ਹੁੰਝਾ ਮਾਰ ਕੇ ਲੈ ਜਾਣਗੇ ਜਿਨ੍ਹਾਂ ਦੇ ਪ੍ਰਤੀ ਤੁਸੀਂ ਸ਼ਰਧਾ ਵਿਖਾਈ ਨਹੀਂ। ਮੈਂ ਉਸੇ ਗੱਲ ਦਾ ਢਿੰਡੋਰਾ ਪਿੱਟ ਰਿਹਾ ਹਾਂ। ਮੈਂ ਦੱਸ ਰਿਹਾ ਹਾਂ ਕਿ ਤੁਸੀਂ ਪਿੱਤਰਾਂ ਦੀ ਪੂਜਾ ਅਰਚਨਾ ਉਪਾਸਨਾ ਵਿੱਚ ਚਲੇ ਜਾਓ, ਉਹਨਾਂ ਦੇ ਪ੍ਰਤੀ ਸ਼ਰਧਾ ਉਡੇਰ ਦਿਓ। ਕਰਮ ਸਥਾਨ ਲੌੜ, ਤੁਹਾਡੀ ਜਨਮ ਕੁੰਡਲੀ ਦਾ ਕਰਮ ਸਥਾਨ ਕਿਹੜਾ ਹੈ? 10ਵਾਂ ਘਰ।
ਉਸ ਦਾ ਮਾਲਕ ਗ੍ਰਹਿ 6ਵੇਂ ਘਰ ਵਿੱਚ ਚਲੇ ਗਿਆ, ਕੰਮਕਾਰ ਸਾਰਾ ਸੰਵਾਰ ਲਿਆ, ਪੈਸਾ ਲਾਤਾ, ਬਹੁਤ ਸਾਰੇ ਲੋਕ ਸਹਿਯੋਗੀ ਬਣ ਗਏ, ਪਰ ਸਾਰਾ ਕੁਝ ਤਿਆਰ ਹੋਣ ਤੋਂ ਬਾਅਦ ਸ਼ਤਰੂਆਂ ਦੇ ਹੱਥ ਚੜ ਗਿਆ ਉਹ ਕਰਮ ਸਥਾਨ। ਉਹ ਵਪਾਰਿਕ ਸਥਲ ਤੇ ਦੁਸ਼ਮਣਾਂ ਦੀ ਨਿਗਾਹ ਆ ਗਈ। ਉਹ ਤੁਹਾਡੇ ਤੇ ਜਾਦੂ ਟੋਣੇ ਅਨਿਸ਼ਟਕਾਰੀ ਦੋਸ਼ ਪੈਦਾ ਕਰਨੇ ਸ਼ੁਰੂ ਕਰ ਦਿੱਤੇ ਉਹਨਾਂ ਨੇ। ਤੇ ਜੇ ਤੁਸੀਂ ਪਿੱਤਰਾਂ ਦੀ ਪੂਜਾ ਕੀਤੀ ਹੁੰਦੀ, ਫਿਰ ਉਹ ਤੁਹਾਡੇ ਨਾਲ ਮਿਲ ਕੇ ਉਸ ਦੋਸ਼ਾਂ ਨੂੰ ਖੰਡਿਤ ਕਰ ਦਿੰਦੇ, ਦੁਸ਼ਮਣਾਂ ਦਾ ਨਾਸ਼ ਕਰ ਦਿੰਦੇ। ਤੁਸੀਂ ਉਹਨਾਂ ਪਿੱਤਰਾਂ ਨੂੰ ਸਲਾਮ ਨਹੀਂ ਕੀਤਾ। ਸਾਲਾਂ ਸਾਲ ਹੋ ਗਏ, ਤੁਸੀਂ ਵੇਖਿਆ ਹੀ ਨਹੀਂ, ਇਹਨਾਂ ਦਿਨਾਂ ਨੂੰ ਪਹਿਚਾਣਿਆ ਹੀ ਨਹੀਂ। ਇਹ ਫਿਰ ਉਹਨਾਂ ਦੇ ਨਾਲ ਮਿਲ ਕੇ ਤੁਹਾਨੂੰ ਤੁਹਾਡੇ ਵਪਾਰ ਨੂੰ ਸੁਆਹ ਕਰਨ ਦੇ ਵਿੱਚ ਸਹਾਇਕ ਹੋ ਗਏ। ਤੁਸੀਂ ਗੱਲ ਨੂੰ ਸਮਝੋ, ਸਵੀਕਾਰ ਕਰੋ। ਤੁਹਾਡੇ ਖਿਲਾਫ ਅੰਦਰੋਂ ਕਿਤੇ ਵਿਉਂਤਾਂ ਬਣਨੀਆਂ ਸ਼ੁਰੂ ਹੋ ਗਈਆਂ, ਚਾਲ ਚੱਲਣੀ ਸ਼ੁਰੂ ਕਰ ਦਿੱਤੀ। ਫੀਲਾ ਰਾਜੇ ਨੂੰ ਮਾਰ ਦਿੰਦਾ ਹੈ। ਗੱਲ ਸ਼ਤਰੰਜ ਦੀ ਇਹੀ ਹੈ। ਇਸ ਸ਼ਤਰੰਜ ਦੇ ਵਿੱਚ ਪਿੱਤਰ ਫੀਲੇ ਦਾ ਰੂਪ ਧਾਰਨ ਕਰਕੇ ਮਾਰਦੇ ਹਨ ਫਿਰ ਰਾਜੇ ਨੂੰ। ਫਿਰ ਸਮਝ ਨਹੀਂ ਲੱਗਦੀ ਹੋ ਕੀ ਰਿਹਾ, ਕਿਉਂ ਹੋ ਗਿਆ ਇਹ। ਮੇਰੇ ਤਾਂ ਵੱਲ ਸੀ ਸਾਰੇ ਦੇ, ਇਹ ਧਨ ਸਮਰਿੱਧੀ ਜ਼ੀਰੋ ਕਿਉਂ ਹੋ ਗਈ, ਪੀੜਾਂ ਵਿੱਚ ਕਿਉਂ ਚਲੇ ਗਏ। ਵਿਚਾਰੋ, ਇਸ ਨੂੰ ਅੱਜ ਵੀ ਵਿਚਾਰਨ ਦੀ ਲੋੜ ਹੈ। ਅੱਜ ਵੀ ਵਿਚਾਰਨ ਦੀ ਲੋੜ ਹੈ। ਆਪਣੇ ਜੀਵਨ ਨੂੰ ਚਲਾਉਣ ਵਾਸਤੇ ਵਪਾਰਿਕ ਵਿਰਧੀਆਂ ਦੀ ਬਹੁਤ ਜ਼ਰੂਰਤ ਹੈ। ਵਪਾਰ ਜੇ ਸਮਰਿੱਧੀ ਯੁਕਤ ਹੋ ਕੇ ਚੱਲ ਰਿਹਾ ਹੈ, ਆਪਾਂ ਸੁੱਖ ਦਾ ਸਾਹ ਲੈਂਦੇ ਹਾਂ। ਪਰ ਜਦੋਂ ਇਹ ਪੀੜਿਤ ਹੋ ਜਾਂਦਾ ਹੈ, ਗ੍ਰਹਿਆਂ ਦੀ ਚਾਲ ਨਾਲ ਵੀ ਪੀੜਿਤ ਹੁੰਦਾ ਹੈ। ਪਰ ਕਾਰਮੇਸ਼ ਜਦੋਂ 6ਵੇਂ ਘਰ ਵਿੱਚ ਚਲੇ ਜਾਂਦਾ ਹੈ, ਸਮਝੋ ਸ਼ਤਰੂਆਂ ਦੇ ਅੜਿੱਕੇ ਚੜ ਜਾਂਦਾ ਹੈ, ਤੇ ਤੁਸੀਂ ਉਧਰੋਂ ਉਸ ਕਾਰਮੇਸ਼ ਪਿੱਤਰ ਦੋਸ਼, ਪਿੱਤਰਾਂ ਦੀ ਪੂਜਾ ਨਹੀਂ ਕੀਤੀ, ਹਰ ਪਕਸ਼ ਤੋਂ ਪੀੜਾਂ ਸ਼ੁਰੂ ਹੋ ਜਾਂਦੀਆਂ, ਨੈਸ਼ਟਿਕ ਦੋਸ਼ ਸ਼ੁਰੂ ਹੋ ਜਾਂਦੇ, ਕਰਮਾਂ ਦੇ ਕਾਰਕ ਅਵਸਥਾਵਾਂ ਸ਼ੁਰੂ ਹੋ ਜਾਂਦੀਆਂ। ਫਿਰ ਤੁਹਾਨੂੰ ਜੀਵਨ ਦੇ ਉਹ ਤੱਤਵ ਹੱਥ ਨਹੀਂ ਆਉਂਦੇ ਜਿਸ ਬਾਰੇ ਤੁਸੀਂ ਸੋਚਿਆ ਹੋਵੇ। ਵਿਸ਼ੇਸ਼ ਕਿਰਪਾ ਦੇ ਕਾਰਕ ਬਣਨ ਦੀ ਮੈਂ ਗੱਲ ਕਰ ਰਿਹਾ ਤੁਹਾਨੂੰ। ਵਿਸ਼ੇਸ਼ ਕਿਰਪਾ ਦੇ ਕਾਰਕ ਬਣਨ ਦਾ ਇੱਕੋ ਹੀ ਸੁਨੇਹਾ, ਪਿੱਤਰਾਂ ਦੀ ਪੂਜਾ ਕਰੋ। ਦਿਵੰਗਤ ਆਤਮਾਵਾਂ ਨੂੰ ਖਾਲੀ ਨਾ ਭੇਜੋ, ਉਹਨਾਂ ਨੂੰ ਤਰਸਾਓ ਨਾ, ਉਹਨਾਂ ਦੀ ਚਾਹਤ ਪੂਰੀ ਕਰੋ, ਉਹਨਾਂ ਵੱਲ ਝਾਤੀ ਮਾਰੋ। 25 ਤਰੀਕ ਤੱਕ ਇਹ ਸ਼ਰਧਾ ਉੰਡੇਰਨ ਦੇ ਦਿਨ ਹਨ। ਬਸ ਇੱਕ ਦਿਨ ਵੀ ਉੱਪਰ ਚਲੇ ਗਿਆ, ਗੱਲ ਖਤਮ। ਅਸਮਾਨ ਦੇ ਵਿੱਚ ਉਸ ਵੇਲੇ ਫਿਰ ਦੇਵੀ ਦੇਵਤਾਵਾਂ ਦਾ ਵਾਸ ਹੋ ਜਾਣਾ ਹੈ 26 ਤਰੀਕ ਤੋਂ। ਹੁਣ ਮ੍ਰਿਤਕ ਆਤਮਾਵਾਂ ਉਲਟੀਆਂ ਝਾਤੀ ਮਾਰ ਰਹੀਆਂ। ਯਮਰਾਜ ਨੇ ਉਹਨਾਂ ਨੂੰ ਰਿਹਾ ਕਰ ਰੱਖਿਆ ਹੈ। ਤੁਹਾਨੂੰ ਖੁੱਲੀ ਛੁੱਟੀ ਹੈ, ਤੁਸੀਂ ਉਹਨਾਂ ਨੂੰ ਆਪਣੇ ਵੱਲ ਦਾ ਕਿਵੇਂ ਕਰੋ। ਕਦੇ ਪ੍ਰੇਤ ਦਾ ਰੂਪ ਧਾਰਨ ਕਰਕੇ ਕਦੇ ਸੱਪਾਂ ਦਾ ਰੂਪ ਧਾਰਨ ਕਰਕੇ, ਕਦੇ ਡਰਾਉਣੀਆਂ ਸ਼ਕਲਾਂ ਦਾ ਰੂਪ ਧਾਰਨ ਕਰਕੇ, ਕਦੇ ਸ਼ਤਰੂਆਂ ਦਾ। ਉਹ ਤੁਹਾਨੂੰ ਵਿਖਦੇ ਹੋਣਗੇ। ਫਿਰ ਤੁਸੀਂ ਚਾਂਗਾ ਮਾਰ ਕੇ ਵੀ ਉੱਠਦੇ ਹੋਵੋਗੇ। ਕਈ ਸੱਜਣਾ ਨਾਲ ਇੰਜ ਬੀਤਦੀ ਹੈ, ਕਿਉਂਕਿ ਤੁਸੀਂ ਆਪਣੇ ਪਿੱਤਰਾਂ ਨੂੰ ਬਹੁਤ ਪੀੜਿਤ ਕੀਤਾ ਹੈ। ਜਿੱਥੇ ਜ਼ਿਆਦਾ ਪੀੜਾ ਦਿੱਤੀ ਹੋਵੇ, ਉੱਥੇ ਉਹਨਾਂ ਵੱਲੋਂ ਵੀ ਜ਼ਿਆਦਾ ਪੀੜਾ। ਉਹ ਇਸ ਤਰ੍ਹਾਂ ਦਾ ਰੂਪ ਧਾਰਨ ਕਰਕੇ ਤੁਹਾਡੇ ਚੰਗੇ ਕੰਮਾਂ ਦੇ ਵਿੱਚ ਦੁਸ਼ਮਣਾਂ ਦਾ ਚੋਲਾ ਓੜ ਕੇ ਤੁਹਾਡੇ ਉਸ ਚੰਗੇ ਕੰਮਾਂ ਦੇ ਵਿੱਚ ਵਾਧਾ ਬਣਨ ਦੇ ਲਈ ਪ੍ਰੇਰਿਤ ਹੋ ਜਾਂਦੇ ਹਨ।
ਸਮਝਣ ਤੇ ਸਵੀਕਾਰ ਕਰਨ ਦੀ ਲੋੜ। ਆਓ ਸਮਝੀਏ, ਉਹਨਾਂ ਦੇ ਪ੍ਰਤੀ ਸ਼ਰਧਾ ਉਡੇਰੀਏ, ਪਰਮ ਸੁਖੀ ਹੋ ਜਾਵਾਂਗੇ। ਅੱਜ ਜਿਨ੍ਹਾਂ ਜਾਤਕਾਂ ਦਾ ਜਨਮ ਦਿਨ, ਉਹਨਾਂ ਨੂੰ ਲੱਖ ਲੱਖ ਵਧਾਈ। ਈਸ਼ਵਰ ਉਹਨਾਂ ਦੀ ਹਰ ਤਮੰਨਾ ਪੂਰੀ ਕਰਨਗੇ। ਤੁਹਾਡਾ ਇਹ ਵਰਾ ਵਿਸ਼ੇਸ਼ ਸ਼ੁਕਰ ਗ੍ਰਹਿ ਦੇ ਥੱਲੇ ਜਾਣ ਵਾਲਾ ਹੈ। ਕਿਰਪਾ ਦੀ ਬਰਸਾਤ ਕਰਨ ਵਾਲੇ ਸ਼ੁਕਰ, ਧਨ ਦੇ ਦੇਵਤਾ, ਲਗਜ਼ਰੀ ਦੇ ਮਾਲਕ, ਝੋਲੀਆਂ ਭਰ ਦੇਣ ਵਾਲੇ, ਅਸਮਾਨ ਵਿੱਚ ਸਭ ਤੋਂ ਜ਼ਿਆਦਾ ਚਮਕਣ ਵਾਲੇ, ਇਸ ਵਰੇ ਦਾ ਚਮਕੀਲਾ ਝੋਲਾ ਪਹਿਨ ਕੇ ਤੁਹਾਡੀ ਜ਼ਿੰਦਗੀ ਨੂੰ ਸਵਾਰਨ ਵਾਸਤੇ ਆਏ ਹਨ। ਓਮ ਸ਼ੁਕਰਾਏ ਨਮः, ਓਮ ਸ਼ੁਕਰਾਏ ਨਮः। परम सुखकारक हो जाओगे। ਤੁਹਾਨੂੰ पता है अहंकार एक उन्माद है, उन्माद है अहंकार। उस अहंकार ਨੂੰ ਖਤਮ ਕਰਨ ਵਾਸਤੇ ਜ਼ਿੰਦਗੀ ਦੇ ਮਾਇਨਿਆਂ ਨੂੰ ਸਮਝਣ ਦਾ ਪ੍ਰयास ਕਰੋ। ਜੇ ਤੁਸੀਂ ਅਹੰਕਾਰ ਨੂੰ ਖਤਮ ਕਰ ਲਿਆ, ਸਮਝੋ ਸਾਰੇ ਰਸਤੇ ਖੁੱਲ ਗਏ ਤੁਹਾਡੇ। ਫਿਰ ਕੀ ਹੋਣਾ ਹੈ? ਫਿਰ ਵਿਘਨ ਹਰਤਾ, ਸੁਖ ਕਰਤਾ ਤੁਹਾਡੇ ਨਾਲ ਨਾਲ ਤੁਰ ਪੈਣਗੇ ਤੇ ਪਰਮ ਸੁਖਕਾਰਕ ਬਣਾ ਦੇਣਗੇ। ਅੱਜ ਦਾ ਦਿਹਾੜਾ ਮੰਗਲਮੈ ਸ਼ਬਦਾਂ ਦੇ ਨਾਲ ਅੱਜ ਦਾ ਰਾਸ਼ੀਫਲ। ਮੇਖ ਰਾਸ਼ੀ ਦੇ ਸੱਜਣੋਂ ਉੱਚਤਾ ਦਾ ਸੁਨੇਹਾ ਮਿਲੇਗਾ। ਬ੍ਰਿਖ ਰਾਸ਼ੀ ਦੇ ਸੱਜਣ ਪਰਿਵਾਰ ਤੋਂ ਸੋਹਣੇ ਸੁਨੇਹੇ ਮਿਲਣ। ਮਿਥੁਨ ਰਾਸ਼ੀ ਦੇ ਸੱਜਣ ਪੜੋਸ ਤੋਂ ਪਰੇਸ਼ਾਨ ਹੋ ਸਕਦੇ। ਕਰਕ ਰਾਸ਼ੀ ਦੇ ਸੱਜਣਾਂ ਨੂੰ ਮਾਂ ਦੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ। ਸਿੰਘ ਰਾਸ਼ੀ ਦੇ ਸੱਜਣਾਂ ਨੂੰ ਉੱਚਤਾ ਦਾ ਸੁਨੇਹਾ। ਕੰਨਿਆ ਰਾਸ਼ੀ ਦੇ ਸੱਜਣੋਂ ਸ਼ਤਰੂ ਘੇਰਾ ਪਾ ਸਕਦੇ। ਤੁਲਾ ਰਾਸ਼ੀ ਦੇ ਸੱਜਣੋਂ ਵਿਸ਼ੇਸ਼ ਕਿਰਪਾ ਦੇ ਕਾਰਕ ਬਣੋਗੇ ਤੁਸੀਂ। ਬ੍ਰਿਸ਼ਚਿਕ ਰਾਸ਼ੀ ਦੇ ਸੱਜਣਾਂ ਨੂੰ ਦੁਸ਼ਮਣਾਂ ਦਾ ਘੇਰਾ ਪੈ ਸਕਦਾ ਹੈ। ਧਨੁ ਰਾਸ਼ੀ ਦੇ ਸੱਜਣੋਂ ਬਹੁਤ ਮਿੱਠੀਆਂ ਗੱਲਾਂ ਕਰਕੇ ਕੋਈ ਠੱਗ ਸਕਦਾ ਹੈ ਤੁਹਾਨੂੰ। ਮਕਰ ਰਾਸ਼ੀ ਦੇ ਸੱਜਣੋਂ ਕਰਮ ਯੋਗ ਤੁਹਾਡੇ ਵੱਲ ਦਾ ਹੋ ਕੇ ਚੱਲੇਗਾ। ਬਸ ਸੁਖ ਸ਼ਾਂਤੀ ਆਨੰਦ ਦੇ ਸੁਨੇਹੇ ਲੈਣ ਵਾਸਤੇ ਓਨੈਸਟੀ ਦਾ ਪੱਲਾ ਫੜ ਲਓ। ਕੁੰਭ ਰਾਸ਼ੀ ਦੇ ਸੱਜਣ ਵੱਡੇ ਭੈਣ ਭਰਾਵਾਂ ਤੋਂ ਪੀੜਾ। ਮੀਨ ਰਾਸ਼ੀ ਦੇ ਸੱਜਣ ਜੈ ਜੈਕਾਰ ਦੇ ਨਾਰਿਆਂ ਨਾਲ ਲੱਦੇ ਜਾਣਗੇ। ਨਮਸਕਾਰ। ਚੜ੍ਹਦਾ ਸੂਰਜ ਪ੍ਰੋਗਰਾਮ ਨੂੰ ਤੁਸੀਂ ਵੇਖ ਸਕਦੇ ਹੋ ਸਾਡੇ YouTube ਚੈਨਲ ਐਸਟ੍ਰੋ ਸ਼ੋ ਬਾਈ ਕਮਲਦੀਪ ਤੇ। ਨਾਲ ਹੀ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ। ज्योतिष सम्राट कमलदेव जी, 41 अमन पार्क, सामने चुंगी, फिरोजपुर रोड, लुधियाना।